नमस्कार प्यारे बच्चों, ਅੱਜ ਅਸੀਂ ਕੰਪਿਊਟਰ ਵਿਸ਼ੇ ਦੇ ਜਮਾਤ 10ਵੀਂ ਦਾ ਪਾਠ ਦੂਸਰਾ ਜਿਸ ਦਾ ਨਾਮ ਹੈ HTML ਫੰਡਾਮੈਂਟਲਸ ਬਾਰੇ ਪੜਾਂਗੇ। ਤਾਂ ਬੱਚਿਓ, ਇਸ ਪਾਠ ਵਿੱਚ ਤੁਸੀਂ ਕੁਝ ਨਵਾਂ ਸਿੱਖੋਗੇ ਜਿਸ ਨਾਲ ਤੁਹਾਡੀ ਨੌਲੇਜ ਦੇ ਵਿੱਚ ਤਾਂ ਵਾਧਾ ਹੋਵੇਗਾ ਹੀ ਨਾਲ ਤੁਸੀਂ ਕੁਝ ਇੰਟਰਸਟਿੰਗ ਵੀ ਸਿੱਖ ਲਓਗੇ। ਤਾਂ ਬੱਚਿਓ, ਕੀ ਤੁਸੀਂ ਕਦੀ ਫੇਸਬੁੱਕ, YouTube ਅਜਿਹੀ ਵੈਬਸਾਈਟਾਂ ਨੂੰ ਦੇਖਿਆ ਹੈ? ਤਾਂ ਮੈਨੂੰ ਲੱਗਦਾ ਹੈ ਇਸ ਦਾ ਜਵਾਬ ਹਾਂ ਹੋਵੇਗਾ, ਕਿਉਂਕਿ ਤੁਸੀਂ ਆਪਣੀ ਰੋਜ਼ਮर्रा ਦੀ ਜ਼ਿੰਦਗੀ ਵਿੱਚ ਗੂਗਲ, ਐਮਾਜ਼ਨ, ਫੇਸਬੁੱਕ ਅਜਿਹੀਆਂ ਬੜੀਆਂ ਹੀ ਵੈਬਸਾਈਟਾਂ ਦੀ ਵਰਤੋਂ ਕਰਦੇ ਹੋ, ਜਿਸ ਦੇ ਵਿੱਚੋਂ ਫੇਸਬੁੱਕ ਅਤੇ ਗੂਗਲ ਅਜਿਹੀ ਵੈਬਸਾਈਟਾਂ ਨੇ ਜਿਸ ਦੀ ਵਰਤੋਂ ਤੁਸੀਂ ਸਭ ਤੋਂ ਅਧਿਕ ਕਰਦੇ ਹੋਵੋਗੇ। ਤਾਂ ਬੱਚਿਓ, ਕੀ ਤੁਸੀਂ ਇਸ ਤਰ੍ਹਾਂ ਦੀ ਵੈਬਸਾਈਟਾਂ ਆਪਣੇ ਲਈ ਵੀ ਬਣਾਉਣਾ ਚਾਹੁੰਦੇ ਹੋ? ਜੇ ਬਣਾਉਣਾ ਚਾਹੁੰਦੇ ਹੋ ਤਾਂ ਚਲੋ ਅਸੀਂ HTML ਭਾਸ਼ਾ ਦੀ ਵਰਤੋਂ ਕਿਸ ਤਰ੍ਹਾਂ ਹੁੰਦੀ ਹੈ ਇਹ ਇਸ ਪਾਠ ਵਿੱਚ ਸਿੱਖਦੇ ਹਾਂ। ਬੱਚਿਓ, HTML ਇੱਕ ਆਮ ਸਧਾਰਨ ਭਾਸ਼ਾ ਹੀ ਹੈ ਜੋ ਕਿ ਕੰਪਿਊਟਰ ਦੀ ਭਾਸ਼ਾ ਹੈ, ਪਰ ਉਸਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਲਿਖਿਆ ਜਾਂਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਬਾਕੀ ਭਾਸ਼ਾਵਾਂ ਦੇ ਵਿੱਚ ਅੱਖਰ ਅਤੇ ਉਹਨਾਂ ਨੂੰ ਲਿਖਣ ਦੇ ਤਰੀਕੇ ਬਾਰੇ ਜਾਣਦੇ ਹੋ, ਉਸੇ ਤਰ੍ਹਾਂ ਅਸੀਂ HTML ਭਾਸ਼ਾ ਦੇ ਵਿੱਚ ਲਿਖੇ ਹੋਏ ਅੱਖਰਾਂ, ਉਹਨਾਂ ਦਾ ਮਤਲਬ ਅਤੇ ਉਸਨੂੰ ਲਿਖਣ ਦੇ ਤਰੀਕੇ ਬਾਰੇ ਇਸ ਪਾਠ ਵਿੱਚ ਪੜਾਂਗੇ। ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਕੰਪਿਊਟਰ ਇੱਕ ਅਜਿਹੀ ਮਸ਼ੀਨ ਹੈ ਜੋ ਕਿ ਮਨੁੱਖ ਦੁਆਰਾ ਦਿੱਤੀਆਂ ਹਦਾਇਤਾਂ ਨਾਲ ਹੀ ਕੰਮ ਕਰਦੀ ਹੈ ਅਤੇ ਉਸਨੂੰ ਸਿਰਫ ਮਸ਼ੀਨੀ ਭਾਸ਼ਾ, ਜਿਸ ਵਿੱਚ ਕਿ ਦੋ ਹੀ ਅੱਖਰ ਹੁੰਦੇ ਹਨ, 0 ਅਤੇ 1, ਇਹੀ ਸਮਝ ਵਿੱਚ ਆਉਂਦੀ ਹੈ। ਪਰ ਮਸ਼ੀਨੀ ਭਾਸ਼ਾ ਵਿੱਚ ਕੰਮ ਕਰਨਾ ਮਨੁੱਖ ਲਈ ਬਹੁਤ ਔਖਾ ਹੈ। ਇਸ ਕਾਰਨ ਅਸੀਂ ਕੰਪਿਊਟਰ ਭਾਸ਼ਾਵਾਂ ਦੀ ਵਰਤੋਂ ਕਰਕੇ ਪ੍ਰੋਗਰਾਮ ਅਤੇ ਸੌਫਟਵੇਅਰ ਤਿਆਰ ਕਰਦੇ ਹਾਂ। HTML ਕੰਪਿਊਟਰ ਦੀ ਇੱਕ ਅਜਿਹੀ ਭਾਸ਼ਾ ਹੈ ਜਿਸ ਦੀ ਵਰਤੋਂ ਅਸੀਂ ਵੈਬਸਾਈਟ ਬਣਾਉਣ ਲਈ ਕਰਦੇ ਹਾਂ। ਤਾਂ ਬੱਚਿਓ, ਜੇ ਤੁਸੀਂ ਆਪਣੀ ਵੈਬਸਾਈਟ ਬਣਾਉਣਾ ਚਾਹੁੰਦੇ ਹੋ ਤੇ ਤੁਹਾਨੂੰ HTML ਭਾਸ਼ਾ ਸਿੱਖਣੀ ਪਵੇਗੀ। ਬੱਚਿਓ, ਜਿਵੇਂ ਕਿ ਤੁਹਾਡੇ ਸਾਹਮਣੇ ਆ ਦੇਖੋ, 0 ਅਤੇ 1 ਦੇ ਕੋਡ ਵਿੱਚ ਕੁਝ ਲਿਖਿਆ ਹੈ, ਪਰੰਤੂ ਅਸੀਂ ਇਸ ਕੋਡ ਨੂੰ ਨਾ ਪੜ੍ਹ ਸਕਦੇ ਹਾਂ ਨਾ ਸਮਝ ਸਕਦੇ ਹਾਂ। ਤੇ ਇਸੇ ਤਰ੍ਹਾਂ ਹੀ ਇਸ ਭਾਸ਼ਾ ਦੇ ਵਿੱਚ ਕੰਮ ਕਰਨਾ ਅਤੇ ਉਸ ਨੂੰ ਯਾਦ ਰੱਖਣਾ ਬਹੁਤ ਹੀ ਔਖਾ ਹੋ ਜਾਂਦਾ ਹੈ। ਤੇ ਉਸ ਤੋਂ ਵੀ ਔਖਾ ਹੁੰਦਾ ਹੈ ਉਸ ਦੇ ਵਿੱਚ ਕਿਸੇ ਗਲਤੀ ਨੂੰ ਲੱਭਣਾ, ਜਿਵੇਂ ਕਿ ਅਗਰ ਲਿਖਦੇ ਉਸ ਦੇ ਵਿੱਚ ਕੋਈ ਐਰਰ ਆ ਗਿਆ ਤਾਂ ਉਸ ਨੂੰ ਲੱਭਣਾ ਤੇ ਬਹੁਤ ਹੀ ਔਖਾ ਹੋ ਜਾਂਦਾ ਹੈ। ਇਨ੍ਹਾਂ ਹੀ ਜਟਿਲਤਾਵਾਂ ਨੂੰ ਦੂਰ ਕਰਨ ਵਾਸਤੇ ਕੰਪਿਊਟਰ ਦੀ ਦੁਨੀਆ ਵਿੱਚ ਕੁਝ ਭਾਸ਼ਾਵਾਂ ਬਣੀਆਂ ਹਨ ਜਿਸ ਰਾਹੀਂ ਅਸੀਂ ਕੰਪਿਊਟਰ ਤੋਂ ਆਪਣਾ ਕੰਮ ਕਰਾ ਸਕਦੇ ਹਾਂ। ਤਾਂ HTML ਭਾਸ਼ਾ ਵੀ ਉਹਨਾਂ ਚੋਂ ਹੀ ਇੱਕ ਅਜਿਹੀ ਭਾਸ਼ਾ ਹੈ ਜਿਸ ਰਾਹੀਂ ਤੁਸੀਂ ਵੈਬਸਾਈਟ ਤਿਆਰ ਕਰ ਸਕਦੇ ਹੋ। ਤਾਂ ਬੱਚਿਓ, ਆਓ ਅਸੀਂ ਜਾਣਦੇ ਹਾਂ HTML ਦਾ ਪੂਰਾ ਨਾਮ। ਇਸ ਦਾ ਪੂਰਾ ਨਾਮ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। H ਤੋਂ ਹਾਈਪਰ ਦਾ ਮਤਲਬ ਹੁੰਦਾ ਹੈ ਜੋ ਕਿ ਸਾਧਾਰਨ ਨਾ ਹੋਵੇ, ਅਸਾਧਾਰਨ, ਕਿਉਂਕਿ ਇਸ ਦੇ ਵਿੱਚ ਲਿਖੇ ਅੱਖਰ ਸਾਧਾਰਨ ਨਹੀਂ ਹੁੰਦੇ ਹਨ। ਤੁਸੀਂ ਜਿਵੇਂ ਕਿ ਕੋਈ ਵੈਬਸਾਈਟ ਗੂਗਲ ਜਾਂ ਫੇਸਬੁੱਕ ਜਦੋਂ ਚਲਾਉਂਦੇ ਹੋ, ਉਸ ਦੇ ਵਿੱਚ ਕਈ ਅੱਖਰ ਲਿਖੇ ਹੁੰਦੇ ਆ, ਜਦੋਂ ਉਹਨਾਂ 'ਤੇ ਕਲਿੱਕ ਕਰਦੇ ਹੋ ਤੇ ਕੋਈ ਹੋਰ ਵੈਬ ਪੇਜ ਜਾਂ ਕੋਈ ਹੋਰ ਵੈਬਸਾਈਟ ਖੁੱਲ੍ਹ ਜਾਂਦੀ ਹੈ। ਤਾਂ ਉਹ ਸਾਰੀ ਵੈਬਸਾਈਟਸ ਦਾ ਵੈਬ ਪੇਜ ਉਸ ਇੱਕ ਅੱਖਰ ਨਾਲ ਲਿੰਕ ਹੁੰਦੇ ਹਨ। ਇਸ ਦਾ ਮਤਲਬ ਉਹ ਇੱਕ ਸਾਧਾਰਨ ਟੈਕਸਟ ਨਹੀਂ ਹੁੰਦਾ। ਤਾਂ ਬੱਚਿਓ, ਇਹ ਇੱਕ ਟੈਕਸਟ ਆਧਾਰਿਤ ਭਾਸ਼ਾ ਹੈ ਜਿਸ ਦੇ ਅੱਖਰ ਆਮ ਸਾਧਾਰਨ ਨਹੀਂ ਹੁੰਦੇ। ਤਾਂ ਇਸ ਕਰਕੇ H ਤੋਂ ਹਾਈਪਰ ਤੇ T ਤੋਂ ਟੈਕਸਟ ਕਿਹਾ ਜਾਂਦਾ ਹੈ। ਤਾਂ M ਤੋਂ ਮਾਰਕਅਪ ਦਾ ਮਤਲਬ ਹੈ ਕਿ ਨੋਟਪੈਡ ਦੇ ਵਿੱਚ ਲਿਖੇ ਹੋਏ HTML ਡਾਕੂਮੈਂਟ ਨੂੰ ਅਸੀਂ ਵੈਬ ਬਰਾਊਜ਼ਰ ਨੂੰ ਮਾਰਕ ਕਰ ਦਿੰਦੇ ਹਾਂ ਕਿ ਵੈਬ ਬਰਾਊਜ਼ਰ ਇਸ ਦੇ ਉੱਪਰ ਕੰਮ ਕਰਕੇ ਸਾਡੇ ਵੈਬ ਪੇਜ ਨੂੰ ਡਿਸਪਲੇ ਕਰੇ। ਤਾਂ L ਤੋਂ ਲੈਂਗੁਏਜ, ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਲੈਂਗੁਏਜ ਦਾ ਮਤਲਬ ਭਾਸ਼ਾ ਹੁੰਦਾ ਹੈ। ਤਾਂ HTML ਦਾ ਪੂਰਾ ਨਾਮ ਹੋਇਆ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਤਾਂ ਬੱਚਿਓ, ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹ ਇੱਕ ਅਜਿਹੀ ਭਾਸ਼ਾ ਹੈ ਜਿਸ ਦੀ ਵਰਤੋਂ ਵੈਬ ਪੇਜ ਡਿਜ਼ਾਈਨ ਕਰਨ ਲਈ ਕੀਤੀ ਜਾਂਦੀ ਹੈ, ਜਿਸ ਵਿੱਚ ਟੈਕਸਟ
ਗ੍ਰਾਫਿਕਸ ਅਤੇ ਹੋਰ ਸੂਚਨਾ ਵਿਵਸਥਿਤ ਫਾਰਮੈਟਡ ਅਤੇ ਆਪਸ ਵਿੱਚ ਲਿੰਕ ਕੀਤੀ ਜਾਂਦੀ ਹੈ। ਤਾਂ ਟੈਕਸਟ, ਗ੍ਰਾਫਿਕ ਅਤੇ ਹੋਰ ਸੂਚਨਾਵਾਂ ਨੂੰ ਲਿੰਕ ਕਰਕੇ ਇੱਕ HTML ਡਾਕੂਮੈਂਟ ਤਿਆਰ ਹੋ ਜਾਂਦਾ ਹੈ। ਤਾਂ ਬੱਚਿਓ, ਚਲੋ ਅਸੀਂ ਜਾਣਦੇ ਹਾਂ ਕਿ HTML ਭਾਸ਼ਾ ਨੂੰ ਕਿਸ ਦੇ ਵਿੱਚ ਲਿਖਿਆ ਜਾਂਦਾ ਹੈ। ਬੱਚਿਓ, HTML ਦੇ ਕੋਡ ਸਿੰਪਲ ਟੈਕਸਟ ਐਡੀਟਰ ਜਿਵੇਂ ਕਿ ਨੋਟਪੈਡ ਵਿੱਚ ਲਿਖੇ ਜਾਂਦੇ ਹਨ। ਤਾਂ ਨੋਟਪੈਡ ਤਾਂ ਤੁਸੀਂ 6ਵੀਂ ਜਮਾਤ 'ਚ ਚਲਾਉਣਾ ਸਿੱਖਿਆ ਹੀ ਸੀ। ਨੋਟਪੈਡ ਦਾ ਆਈਕਨ ਇਸ ਤਰ੍ਹਾਂ ਦਾ ਹੁੰਦਾ ਹੈ ਅਤੇ ਨੋਟਪੈਡ ਦੇ ਵਿੱਚ ਲਿਖਿਆ ਪ੍ਰੋਗਰਾਮ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ। ਤਾਂ ਬੱਚਿਓ, ਇਹ ਬਹੁਤ ਹੀ ਸੌਖਾ ਹੈ ਇਸ ਨੂੰ ਓਪਨ ਕਰਨਾ ਅਤੇ ਇਸ ਦੇ ਵਿੱਚ ਪ੍ਰੋਗਰਾਮ ਲਿਖਣਾ। ਪਰ ਇਸ ਵਿੱਚ ਅਸੀਂ ਪ੍ਰੋਗਰਾਮ ਲਿਖ ਸਕਦੇ ਹਾਂ, ਪਰ ਇਸ ਨੂੰ ਦੇਖਣ ਵਾਸਤੇ ਸਾਨੂੰ ਵੈਬ ਬਰਾਊਜ਼ਰ ਦੀ ਲੋੜ ਪੈਂਦੀ ਹੈ। ਤਾਂ ਵੈਬ ਬਰਾਊਜ਼ਰ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਕਿ HTML ਵਿੱਚ ਬਣੇ ਵੈਬ ਪੇਜ ਅਤੇ ਵੈਬਸਾਈਟਾਂ ਨੂੰ ਅਸੀਂ ਵੈਬ ਬਰਾਊਜ਼ਰ ਵਿੱਚ ਵੇਖ ਸਕਦੇ ਹਾਂ, ਜਿਵੇਂ ਕਿ ਗੂਗਲ ਕ੍ਰੋਮ, ਮੋਜ਼ਿਲਾ, ਇੰਟਰਨੈਟ ਐਕਸਪਲੋਰਰ, ਸਫਾਰੀ। ਸੋ ਅਜਿਹੇ ਬੜੇ ਹੀ ਵੈਬ ਬਰਾਊਜ਼ਰ ਨੇ ਜਿਸ ਵਿੱਚ ਤੁਸੀਂ ਆਪਣੇ ਬਣੇ ਹੋਏ HTML ਡਾਕੂਮੈਂਟ ਨੂੰ ਵੈਬ ਪੇਜ ਦੇ ਰੂਪ ਵਿੱਚ ਵੇਖ ਸਕਦੇ ਹੋ। ਤਾਂ ਬੱਚਿਓ, ਚਲੋ ਅਸੀਂ ਸਿੱਖੀਏ ਕਿ HTML ਭਾਸ਼ਾ ਦੇ ਵਿੱਚ ਕੁਝ ਅੱਖਰ ਜਾਂ ਕੁਝ ਟੈਗਸ ਕੀ ਹੁੰਦੇ ਹਨ ਅਤੇ ਉਹਨਾਂ ਦਾ ਕੀ ਮਤਲਬ ਹੁੰਦਾ ਹੈ। ਬੱਚਿਓ, HTML ਦੇ ਵਿੱਚ ਟੈਗਸ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਟੈਗ ਇੱਕ ਤਰ੍ਹਾਂ ਦੀਆਂ ਕਮਾਂਡਸ ਹੁੰਦੀਆਂ ਹਨ ਜੋ ਕਿ ਡਾਕੂਮੈਂਟ ਦੀ ਬਣਤਰ ਅਤੇ ਦਿੱਖ ਨੂੰ ਨਿਯੰਤਰਿਤ ਕਰਦੇ ਹਨ। ਤਾਂ ਬੱਚਿਓ, ਟੈਗਸ ਜੋ ਹੈ ਉਹ ਸਿਰਫ ਕਮਾਂਡ ਦੇਣ ਦਾ ਕੰਮ ਕਰਦੇ ਨੇ। ਉਹ ਬਰਾਊਜ਼ਰ ਨੂੰ ਇਹ ਦੱਸਦੇ ਨੇ ਕਿ ਕਿੱਥੇ ਅਸੀਂ ਕੀ ਕਰਨਾ ਹੈ ਅਤੇ ਇੱਕ ਵੈਬ ਪੇਜ ਦੇ ਵਿੱਚ ਕੀ ਅਸੀਂ ਸ਼ੋਅ ਕਰ ਸਕਦੇ ਹਾਂ ਅਤੇ ਕਿਸ ਤਰੀਕੇ ਸ਼ੋਅ ਕਰ ਸਕਦੇ ਹਾਂ। ਤਾਂ ਬੱਚਿਓ, ਟੈਗਸ ਜੋ ਨੇ ਉਹ ਉਸ ਦੀ ਵਰਤੋਂ HTML ਦੁਆਰਾ ਕੀਤੀ ਜਾਂਦੀ ਹੈ ਵੈਬ ਪੇਜਾਂ ਨੂੰ ਨਿਰਦੇਸ਼ ਦੇਣ ਲਈ। ਤੇ ਇਹ ਟੈਗਸ ਐਂਗਲ ਬ੍ਰੈਕਟਸ ਜਿਵੇਂ ਕਿ ਲੈਸ ਦੈਨ ਅਤੇ ਗ੍ਰੇਟਰ ਦੈਨ, ਇਹਨਾਂ ਦੋਨਾਂ ਦੇ ਪੇਅਰ ਦੇ ਵਿੱਚ ਹੁੰਦੇ ਹਨ। ਮੈਂ ਤੁਹਾਨੂੰ ਇਸ ਦੀ ਉਦਾਹਰਨ ਦਿੰਦੀ ਹਾਂ, ਜਿਵੇਂ ਕਿ HTML ਅਤੇ ਟਾਈਟਲ। ਤਾਂ ਦੇਖੋ ਬੱਚੇ, ਅਸੀਂ ਇਹਨਾਂ ਨੂੰ ਇਹਨਾਂ ਬ੍ਰੈਕਟਸ ਦੇ ਵਿੱਚ ਲਿਖਿਆ ਹੈ, ਇਹਨਾਂ ਨੂੰ ਅਸੀਂ ਟੈਗ ਕਹਿੰਦੇ ਹਾਂ। ਤੇ ਇਹ ਟੈਗਸ ਹੀ ਵੈਬ ਬਰਾਊਜ਼ਰ ਨੂੰ ਦੱਸਦੇ ਹਨ ਕਿ ਕਦੋਂ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ, ਪ੍ਰੋਗਰਾਮ ਦੇ ਵਿੱਚ ਅਸੀਂ ਲਿਖਣਾ ਕਿੱਥੇ ਹੈ, ਤਸਵੀਰ ਕਿੱਥੇ ਦਾਖਲ ਕਰਨੀ ਹੈ, ਵੀਡੀਓ ਕਿੱਥੇ ਲਗਾਉਣੀ ਹੈ। ਉਸ ਵਾਸਤੇ ਅਲੱਗ-ਅਲੱਗ ਟੈਗ ਹਨ ਤੇ ਉਹਨਾਂ ਦੀ ਵਰਤੋਂ ਅਸੀਂ ਵੱਖ-ਵੱਖ ਢੰਗ ਨਾਲ ਕਰਦੇ ਹਾਂ, ਜੋ ਕਿ ਅਸੀਂ ਇਸ ਪਾਠ ਦੇ ਵਿੱਚ ਸਿੱਖਾਂਗੇ। ਪਿਆਰੇ ਬੱਚਿਓ, ਇਹ ਇੱਕ ਤੁਹਾਡੇ ਸਾਹਮਣੇ ਪ੍ਰੋਗਰਾਮ ਦੀ ਉਦਾਹਰਨ ਹੈ। ਆਹ ਦੇਖੋ ਬੱਚਿਓ, ਇਹ ਅਸੀਂ ਨੋਟਪੈਡ ਦੇ ਵਿੱਚ ਇੱਕ ਪ੍ਰੋਗਰਾਮ ਲਿਖਿਆ ਹੈ ਜਿਸ ਦੇ ਵਿੱਚ ਅਸੀਂ ਇੱਕ ਵੈਬ ਪੇਜ ਤਿਆਰ ਕੀਤਾ ਹੈ ਅਤੇ ਇਹ ਉਸ ਦੀ ਆਊਟਪੁੱਟ ਹੈ। ਆਊਟਪੁੱਟ ਦੇ ਵਿੱਚ ਆ ਇੱਕ ਵੈਬ ਪੇਜ ਇੱਕ ਬਰਾਊਜ਼ਰ ਦੇ ਵਿੱਚ ਖੋਲ੍ਹਿਆ ਗਿਆ ਹੈ। ਤਾਂ ਇਸ ਦੇ ਵਿੱਚ ਅਸੀਂ ਇੱਕ ਤਸਵੀਰ ਵੀ ਲਗਾਈ ਹੈ, ਕੁਝ ਹੈਡਿੰਗ ਵੀ ਲਿਖੀ ਹੈ। ਸੋ ਬੱਚਿਓ, ਇਹ ਸਾਰਾ ਕੰਮ ਤੁਸੀਂ ਆਪਣਾ ਵੈਬ ਪੇਜ ਤਿਆਰ ਕਰਨ ਵਾਸਤੇ ਵੀ ਕਰ ਸਕਦੇ ਹੋ, ਪਰ ਤੁਹਾਨੂੰ ਉਸ ਵਾਸਤੇ HTML ਭਾਸ਼ਾ ਸਿੱਖਣੀ ਪਵੇਗੀ। ਪਿਆਰੇ ਬੱਚਿਓ, ਕੀ ਤੁਸੀਂ ਆਪਣਾ ਵੈਬ ਪੇਜ ਬਣਾਉਣਾ ਚਾਹੁੰਦੇ ਹੋ? ਵਾਂਟ ਟੂ ਮੇਕ ਯੋਰ ਓਨ ਵੈਬ ਪੇਜ? ਤਾਂ ਚਲੋ ਅਸੀਂ ਸਿੱਖਦੇ ਹਾਂ ਕਿ ਇਸ ਦੇ ਵਿੱਚ ਪ੍ਰੋਗਰਾਮ ਲਿਖਿਆ ਕਿੱਦਾਂ ਜਾਣਾ ਹੈ, ਇਸ ਦਾ ਬੇਸਿਕ ਢਾਂਚਾ ਕੀ ਹੈ। ਬੱਚਿਓ, ਅਸੀਂ HTML ਦੇ ਬੇਸਿਕ ਢਾਂਚੇ ਬਾਰੇ ਜਾਣਾਂਗੇ। ਬੱਚਿਓ, ਇਹ ਡਾਕੂਮੈਂਟ ਦਾ ਬੇਸਿਕ ਢਾਂਚਾ ਹੈ ਜਿਸ ਨੂੰ ਕਿ ਅਸੀਂ HTML ਟੈਗ ਨਾਲ ਸ਼ੁਰੂ ਕੀਤਾ ਹੈ ਅਤੇ HTML ਟੈਗ ਨਾਲ ਹੀ ਖਤਮ ਕੀਤਾ ਹੈ। ਬੱਚਿਓ, ਟੈਗਸ ਜੋ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਹਨ, ਕੰਟੇਨਰ ਅਤੇ ਐਮਪਟੀ ਟੈਗ। ਤੇ ਕੰਟੇਨਰ ਟੈਗ ਹਮੇਸ਼ਾ ਸ਼ੁਰੂਆਤ ਵੀ ਕਰਦੇ ਹਨ ਅਤੇ ਉਹਨਾਂ ਨੂੰ ਅਸੀਂ ਕਲੋਜ਼ ਵੀ ਕਰਦੇ ਹਾਂ। ਤਾਂ ਬੱਚਿਓ, ਇਹਨਾਂ ਦੋਨਾਂ ਦੇ ਵਿੱਚ ਫਰਕ ਅਤੇ ਇਹਨਾਂ ਦੋਨਾਂ ਦੀ ਕਿਸਮ ਬਾਰੇ ਮੈਂ ਤੁਹਾਨੂੰ ਬਾਅਦ 'ਚ ਦੱਸਾਂਗੀ, ਪਰ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗੀ ਕਿ HTML ਦਾ ਪ੍ਰੋਗਰਾਮ ਲਿਖਣ ਲਈ ਕੁਝ ਟੈਗ ਅਸੀਂ ਬਹੁਤ ਵਰਤੋਂ 'ਚ ਲਿਆਉਂਦੇ ਹਾਂ ਅਤੇ ਉਹ ਇੱਕ ਬੇਸਿਕ ਢਾਂਚੇ ਨੂੰ ਬਣਾਉਣ ਵਾਸਤੇ ਕੰਮ ਆਉਂਦੇ ਹਨ। ਉਹ ਤੁਹਾਡੇ ਸਾਹਮਣੇ ਨੇ। ਇੱਕ HTML ਟੈਗ ਹੈ, ਦੂਸਰਾ ਹੈ ਹੈਡ ਟੈਗ, ਅਤੇ ਤੀਸਰਾ ਟਾਈਟਲ ਟੈਗ ਅਤੇ ਚੌਥਾ ਬੋਡੀ ਟੈਗ। ਤਾਂ ਬੱਚਿਓ, ਇਹ ਚਾਰ ਅਜਿਹੇ ਟੈਗ ਨੇ ਜਿਨ੍ਹਾਂ ਦੀ ਵਰਤੋਂ ਅਸੀਂ ਇੱਕ ਬੇਸਿਕ ਪ੍ਰੋਗਰਾਮ ਬਣਾਉਣ ਵਾਸਤੇ ਕਰਦੇ ਹਾਂ ਅਤੇ ਇਹ ਕੰਟੇਨਰ ਟੈਗ ਹਨ। ਇਹਨਾਂ ਨੂੰ ਅਸੀਂ ਸ਼ੁਰੂ ਵੀ ਕਰਦੇ ਹਾਂ
ਅਤੇ ਇਹਨਾਂ ਦਾ क्लोज भी करते हाँ। तो क्लोज करन वेले असी इस दे विच एक फॉरवर्ड स्लैश की वरतों करते हाँ। बच्चों जिवें कि तुहानूं नज़र आ ही रहा है कि यह डॉकूमेंट दा एक बेसिक ढांचा है ते यह इसदा हैड भाग है। हैड भाग तो मतलब है कि जदों असी अपना वैब पेज बनाने हाँ तो उसकी हैडिंग उस वैब पेज का सिरलेख लिखण वास्ते असी उसनूं हैड भाग दे विच लिखते हाँ। हैड भाग दे विच असी एक टाइटल टैग की वरतों करते हाँ। तो टाइटल टैग दे विच असी अपने वैब पेज का सिरलेख या टाइटल लिखते हाँ। तो फिर उस तो बाद असी हैड टैग नूं क्लोज कर दिंदे हाँ जो कि साडा हैड भाग हुंदा है। उस तो बाद असी बॉडी भाग बनाने हाँ। तो बॉडी भाग दे विच साडे वैब पेज दे विच नज़र आने वाला सारा ही डाटा मटीरियल तस्वीरां अते इस नाल उस नाल रिलेटिड जिन्नी भी सूचना है वो सारी बॉडी टैग दे विच असी लिखते हाँ। तां उस दे विच असी अपने डाटा नूं लिख के असी एक अपना वैब पेज तैयार कर सकते हाँ जिस वास्ते कि वख-वख तरह के टैग्स हुंदे हन अते उन्हां टैग्स बारे असी पढ़ांगे। तो बच्चों यह एक बेसिक ढांचा है जिस विच यह एक हैड भाग है तो नीचे यह बॉडी भाग है। तो यह एक प्रोग्राम नूं बनाउण दा बिल्कुल बेसिक ढांचा है जो कि तुहानूं हर प्रोग्राम दे विच वरतों च आवेगा। बच्चों याद रखो प्रोग्राम जो है वो HTML टैग तो ही शुरू होंदा है अते HTML टैग तो ही समाप्त होंदा है। अते हैड टैग दे विच असी टाइटल टैग लिखते हाँ जिस विच कि असी प्रोग्राम दा अपने वैब पेज दा सिरलेख लिखते हाँ। टाइटल टैग नूं क्लोज करके असी हैड टैग नूं भी क्लोज कर दिंदे हाँ। तो बॉडी टैग शुरू करते हैं। बॉडी टैग शुरू करन तो बाद असी अपनी सूचना दाखिल करके उसनूं भी क्लोज कर दिंदे हाँ। तो यह साडा पूरे दा पूरा एक HTML डॉकूमेंट का बेसिक ढांचा है। चलो बच्चों हुण असी देखते हाँ HTML डॉकूमेंट तैयार किद्दां करना है। तो बच्चों इसनूं तैयार करने वास्ते असी सब तो पहला नोटपैड खोलते हैं। नोटपैड खोलण लई असी स्टार्ट ते जावांगे, फिर ऑल प्रोग्राम्स ते जावांगे, फिर ऑल प्रोग्राम्स तो बाद एक्सैसरीज ते जावांगे। एक्सैसरीज ते जाण तो बाद असी नोटपैड ते क्लिक करांगे अते साडे सामने ए नोटपैड एडिटर आ जाएगा। हुण बच्चों नोटपैड एडिटर दे विच असी सब तो पहला टैग HTML टैग लिखते हैं। हाँ देखो बच्चों तुहाडे सामने HTML टैग लिखण तो बाद असी इस दे विच लिखते हैं हैड टैग, क्योंकि हैड टैग ते ही असी टाइटल टैग लिख सकते हैं जिस विच कि असी अपने डॉकूमेंट का सिरलेख लिखांगे। टाइटल टैग लिखण तो बाद जो भी तुसी अपने फस्ट वैब पेज मैं इहदे विच सिरलेख दिता है फस्ट वैब पेज। तो हुण असी टाइटल टैग नूं क्लोज करांगे क्योंकि टाइटल टैग एक कंटेनर टैग है, यह पेयर्स दे विच हुंदा है। इसनूं अगर असी शुरू किया है तो इसनूं असी क्लोज भी करांगे। क्लोज करन लई असी एक सिर्फ फॉरवर्ड स्लैश लगानी हुंदी है, बाकी टैग उस तरह ही वरतों च आंदा है। उस तो बाद क्योंकि हैड टैग भी एक कंटेनर टैग है असी उसनों भी इसी तरह क्लोज करते हैं। इसनों क्लोज करन तो बाद असी बॉडी टैग की शुरुआत करते हैं। बॉडी टैग लिख के असी उस विच जो भी असी अपने वैब पेज दे विच लिखना चाहते हैं वो असी इत्थे बॉडी टैग दे विच शो कर सकते हैं। जिवें कि इत्थे असी अगर लिखना चाहिए कंप्यूटर इज़ एन इलैक्ट्रॉनिक मशीन, तो असी इस दे विच लिख के बॉडी टैग नूं क्लोज कर सकते हैं। बच्चों बॉडी टैग दे विच लिखिया सारा डाटा साडे वैब पेज दे विच शो हुंदा है। बॉडी टैग नूं क्लोज करन तो बाद असी HTML टैग नूं भी क्लोज कर लैंदे हां। तो देखो बच्चों HTML टैग प्रोग्राम की शुरुआत अते अंत करता है। हैड टैग सिरलेख लिखण वास्ते उसका हैड भाग डिफाइन करता है।
ਹੈਡ ਟੈਗ ਦੇ ਵਿੱਚ ਹੀ ਅਸੀਂ ਟਾਈਟਲ ਟੈਗ ਦੀ ਵਰਤੋਂ ਕਰਦੇ ਹਾਂ, ਜਿਸ ਵਿੱਚ ਕਿ ਅਸੀਂ ਆਪਣੇ ਵੈਬ ਪੇਜ ਦਾ ਟਾਈਟਲ ਲਿਖਦੇ ਹਾਂ। ਇਸ ਨੂੰ ਲਿਖਣ ਤੋਂ ਬਾਅਦ ਅਸੀਂ ਬੋਡੀ ਟੈਗ ਦੀ ਵਰਤੋਂ ਕਰਦੇ ਹਾਂ। ਬੋਡੀ ਟੈਗ ਦੇ ਵਿੱਚ ਅਸੀਂ ਆਪਣਾ ਡਾਟਾ ਐਂਟਰ ਕਰਨ ਤੋਂ ਬਾਅਦ ਬੋਡੀ ਟੈਗ ਨੂੰ ਕਲੋਜ਼ ਕਰ ਦਿੰਦੇ ਹਾਂ। ਤਾਂ ਇਸ ਤਰੀਕੇ ਸਾਡਾ ਇੱਕ ਪ੍ਰੋਗਰਾਮ ਦਾ ਜੋ ਬੇਸਿਕ ਢਾਂਚਾ ਅਸੀਂ ਸਿੱਖਿਆ ਸੀ, ਉਸ ਰਾਹੀਂ ਹੀ ਅਸੀਂ ਆਪਣਾ ਪ੍ਰੋਗਰਾਮ ਤਿਆਰ ਕਰ ਸਕਦੇ ਹਾਂ। ਤਾਂ ਪਰ ਬੱਚਿਓ, ਜਿਹੜੀ ਇਸ ਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਹੈ ਉਹ ਇਹ ਹੈ ਕਿ ਇਸ ਫਾਈਲ ਨੂੰ ਸੇਵ ਕਰਨ ਦਾ ਤਰੀਕਾ। ਬੱਚਿਓ ਧਿਆਨ ਨਾਲ ਸੁਣਨਾ, ਕਿਉਂਕਿ ਅਗਰ ਤੁਸੀਂ ਫਾਈਲ ਨੂੰ ਗਲਤ ਤਰੀਕੇ ਸੇਵ ਕੀਤਾ ਤੇ ਤੁਹਾਨੂੰ ਆਪਣਾ ਵੈਬ ਪੇਜ ਨਹੀਂ ਮਿਲੇਗਾ, ਜਦਕਿ ਇਹ ਇੱਕ ਸਧਾਰਨ ਟੈਕਸਟ ਡਾਕੂਮੈਂਟ ਬਣ ਜਾਏਗਾ। ਤੇ ਇਸ ਨੂੰ ਸੇਵ ਕਰਨ ਦਾ ਤਰੀਕਾ ਹੈ, ਫਾਈਲ ਤੇ ਜਾਓ, ਸੇਵ ਐਸ ਤੇ ਕਲਿੱਕ ਕਰੋ। ਸੇਵ ਐਸ ਤੇ ਕਲਿੱਕ ਕਰਕੇ ਇੱਥੇ ਤੁਸੀਂ ਲਿਖੋ, ਜਿਵੇਂ ਤੁਸੀਂ ਲਿਖਣਾ ਚਾਹੋ, ਮਾਈ ਫਸਟ ਵੈਬ ਪੇਜ। ਅਗਰ ਤੁਸੀਂ ਇਹ ਲਿਖਦੇ ਹੋ ਮਾਈ ਫਸਟ ਵੈਬ ਪੇਜ, ਪਰ ਇਸ ਤੋਂ ਬਾਅਦ ਤੁਸੀਂ ਇੱਥੇ .html ਲਿਖਣਾ ਹੈ। ਬੱਚਿਓ ਇਹ .html ਅਗਰ ਤੁਸੀਂ ਨਹੀਂ ਲਿਖਦੇ ਤੇ ਇਹ ਤੁਹਾਡੇ ਡਾਕੂਮੈਂਟ ਨੂੰ ਵੈਬ ਪੇਜ ਦੇ ਵਜੋਂ ਸੇਵ ਨਹੀਂ ਕਰੇਗਾ। .html ਲਿਖਣ ਨਾਲ ਹੀ ਇਹ ਵੈਬ ਬਰਾਊਜ਼ਰ ਤੱਕ ਜਾ ਕੇ ਤੁਹਾਡੇ ਵੈਬ ਪੇਜ ਨੂੰ ਡਿਸਪਲੇ ਕਰਦਾ ਹੈ। ਤਾਂ ਇਸ ਨੂੰ ਫਿਰ ਸੇਵ ਕਰ ਦਿਓ। ਸੇਵ ਕਰਨ ਤੋਂ ਬਾਅਦ ਅਸੀਂ ਡਾਕੂਮੈਂਟਸ 'ਚ ਆਪਣਾ ਵੈਬ ਪੇਜ ਦੇਖਦੇ ਹਾਂ। ਤਾਂ ਇਸ ਵਾਸਤੇ ਅਸੀਂ ਸਟਾਰਟ 'ਤੇ ਜਾਂਦੇ ਹਾਂ, ਉੱਥੇ ਡਾਕੂਮੈਂਟਸ 'ਤੇ ਜਾਂਦੇ ਹਾਂ। ਡਾਕੂਮੈਂਟਸ 'ਤੇ ਜਾ ਕੇ ਅਸੀਂ ਇਹ ਦੇਖੋ ਬੱਚਿਓ, ਮਾਈ ਫਸਟ ਵੈਬ ਪੇਜ ਡਾਕੂਮੈਂਟ ਤੁਹਾਡੇ ਸਾਹਮਣੇ ਹੈ। ਇਸ ਦੇ ਵਿੱਚ ਗੂਗਲ ਕ੍ਰੋਮ ਦਾ ਸਿੰਬਲ ਆ ਰਿਹਾ ਹੈ। ਇਹ ਜਿਹੜਾ ਆਈਕਨ ਹੈ, ਇਹ ਆਈਕਨ ਤੁਹਾਨੂੰ ਇਹ ਸ਼ੋ ਕਰ ਰਿਹਾ ਹੈ ਕਿ ਤੁਹਾਡੇ ਦੁਆਰਾ ਬਣਾਇਆ ਗਿਆ ਡਾਕੂਮੈਂਟ ਇੱਕ ਵੈਬ ਪੇਜ ਬਣ ਚੁੱਕਾ ਹੈ। ਤਾਂ ਬੱਚਿਓ ਚਲੋ ਇਸ ਨੂੰ ਅਸੀਂ ਓਪਨ ਕਰਦੇ ਹਾਂ। ਮੈਂ ਇਸ ਨੂੰ ਡਬਲ ਕਲਿੱਕ ਕੀਤਾ, ਹੁਣ ਇਹ ਵੈਬ ਬਰਾਊਜ਼ਰ ਓਪਨ ਹੋ ਜਾਏਗਾ ਤੇ ਤੁਹਾਨੂੰ ਨਜ਼ਰ ਆਏਗਾ ਕਿ ਤੁਹਾਡਾ ਵੈਬ ਪੇਜ ਕਿਸ ਤਰ੍ਹਾਂ ਦਾ ਤਿਆਰ ਹੋਇਆ ਹੈ। ਤਾਂ ਬੱਚਿਓ ਇਹ ਇੱਕ ਵੈਬ ਪੇਜ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ, ਜਿਸ ਦਾ ਟਾਈਟਲ ਫਸਟ ਵੈਬ ਪੇਜ ਉੱਪਰ ਲਿਖਿਆ ਆ ਰਿਹਾ ਹੈ ਅਤੇ ਜੋ ਅਸੀਂ ਬੋਡੀ ਟੈਗ ਦੇ ਵਿੱਚ ਲਿਖਿਆ ਹੀ ਉਹ ਵੈਬ ਪੇਜ ਦੇ ਵਿੱਚ ਲਿਖਿਆ ਨਜ਼ਰ ਆ ਰਿਹਾ ਹੈ। ਤਾਂ ਬੱਚਿਓ ਇਸ ਤਰ੍ਹਾਂ ਅਸੀਂ ਆਪਣਾ ਇੱਕ ਵੈਬ ਪੇਜ ਤਿਆਰ ਕਰ ਸਕਦੇ ਹਾਂ। ਬੱਚਿਓ ਦੇਖੋ, ਅਸੀਂ ਜੋ ਇਸ ਡਾਕੂਮੈਂਟ 'ਚ ਲਿਖਿਆ ਸੀ ਉਹੀ ਇੱਥੇ ਲਿਖਿਆ ਨਜ਼ਰ ਆ ਰਿਹਾ ਹੈ। ਮੰਨ ਲਓ ਅਸੀਂ ਇਸ ਦੇ ਵਿੱਚ ਕੁਝ ਹੋਰ ਲਿਖਣਾ ਚਾਹੀਏ, ਜਿਵੇਂ ਅਸੀਂ ਲਿਖਣਾ ਚਾਹੀਏ ਦਿਸ ਇਜ਼ ਮਾਈ ਫਸਟ ਵੈਬ ਪੇਜ। ਦੇਖੋ ਬੱਚਿਓ, ਮੈਂ ਇੱਥੇ ਵਿੱਚ ਲਿਖਿਆ ਦਿਸ ਇਜ਼ ਮਾਈ ਫਸਟ ਵੈਬ ਪੇਜ ਤੇ ਇਸ ਨੂੰ ਹੁਣ ਮੈਂ ਸੇਵ ਕਰਾਂਗੀ। ਜਦੋਂ ਮੈਂ ਸੇਵ ਕਰਾਂਗੀ ਉਹ ਚੇਂਜਸ ਤੁਹਾਨੂੰ ਵੈਬ ਪੇਜ 'ਚ ਵੀ ਨਜ਼ਰ ਆਉਣਗੇ। ਕਿੱਦਾਂ ਨਜ਼ਰ ਆਉਣਗੇ ਧਿਆਨ ਨਾਲ ਦੇਖਿਓ। ਨੋਟਪੈਡ ਦੇ ਵਿੱਚ ਲਿਖੇ ਹੋਏ ਪ੍ਰੋਗਰਾਮ 'ਚ ਅਸੀਂ ਚੇਂਜ ਕਰਤਾ ਹੈ ਅਤੇ ਉਸ ਨੂੰ ਸੇਵ ਵੀ ਕਰ ਦਿੱਤਾ ਹੈ। ਇਸ ਨੂੰ ਅਸੀਂ ਮਿਨੀਮਾਈਜ਼ ਕਰਦੇ ਹਾਂ। ਹੁਣ ਬੱਚਿਓ ਇਹਨੂੰ ਅਸੀਂ ਜਦੋਂ ਰੀਲੋਡ ਕਰਾਂਗੇ ਤਾਂ ਆ ਦੇਖੋ, ਕੰਪਿਊਟਰ ਇਜ਼ ਐਨ ਇਲੈਕਟ੍ਰਿਕ ਮਸ਼ੀਨ ਤਾਂ ਆਪਾਂ ਲਿਖਿਆ ਹੀ ਸੀਗਾ, ਦਿਸ ਇਜ਼ ਮਾਈ ਫਸਟ ਵੈਬ ਪੇਜ ਵੀ ਇਹਦੇ 'ਤੇ ਲਿਖਿਆ ਆ ਗਿਆ ਹੈ, ਕਿਉਂਕਿ ਅਸੀਂ ਉਸ ਨੂੰ ਨੋਟਪੈਡ ਦੇ ਵਿੱਚ ਚੇਂਜ ਕੀਤਾ। ਉਹੀ ਚੇਂਜ ਸਾਡੇ ਵੈਬ ਪੇਜ ਦੇ ਵਿੱਚ ਵੀ ਨਜ਼ਰ ਆ ਗਿਆ। ਸੋ ਬੱਚਿਓ ਇਹ ਇੱਕ ਬਹੁਤ ਹੀ ਵਧੀਆ ਗੱਲ ਹੈ। ਅਗਰ ਤੁਸੀਂ HTML ਭਾਸ਼ਾ ਦੇ ਵਿੱਚ ਕੰਮ ਕਰਨਾ ਸਿੱਖ ਜਾਓ ਤਾਂ ਇਸ ਨਾਲ ਤੁਹਾਨੂੰ ਵੈਬ ਪੇਜ ਤਿਆਰ ਕਰਨਾ ਆ ਜਾਏਗਾ। ਬੱਚਿਓ ਇਹ ਤਾਂ ਇੱਕ ਬੇਸਿਕ ਜਿਹਾ ਪ੍ਰੋਗਰਾਮ ਤੇ ਬੇਸਿਕ ਢਾਂਚਾ ਸੀਗਾ। ਅਸੀਂ ਕਲਰਫੁਲ ਵੈਬ ਪੇਜਸ, ਉਹਨਾਂ ਦੇ ਵਿੱਚ ਇਮੇਜਸ ਲਗਾ ਕੇ, ਉਹਨਾਂ ਦੀ ਬੈਕਗਰਾਊਂਡ ਚੇਂਜ ਕਰਕੇ ਇਸ ਤਰ੍ਹਾਂ ਦੇ ਵੈਬ ਪੇਜ ਤਿਆਰ ਕਰਨੇ ਸਿੱਖਾਂਗੇ। ਉਹ ਅਸੀਂ ਅਗਲੀ ਵੀਡੀਓਜ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਟੈਗਸ ਅਤੇ ਉਹਨਾਂ ਦੇ ਕੰਮ ਬਾਰੇ ਜਾਣਾਂਗੇ ਅਤੇ ਸਿੱਖਾਂਗੇ। ਤਾਂ ਬੱਚਿਓ ਇਸ ਵੀਡੀਓ ਨੂੰ ਜ਼ਰੂਰ ਰਿਪੀਟ ਕਰਕੇ ਦੇਖਿਓ, ਕਿਉਂਕਿ ਇਸ ਨਾਲ ਹੀ ਤੁਹਾਨੂੰ ਇਸ ਪ੍ਰੋਗਰਾਮ ਦਾ ਬੇਸਿਕ ਢਾਂਚਾ ਕਲੀਅਰ ਹੋਏਗਾ ਅਤੇ HTML ਭਾਸ਼ਾ ਦਾ ਮਹੱਤਵ ਵੀ। ਤਾਂ ਬੱਚਿਓ ਅਸੀਂ ਇਸ ਵੀਡੀਓ ਨੂੰ ਖਤਮ ਕਰਦੇ ਹਾਂ। ਤਾਂ ਧੰਨਵਾਦ।